ਚੰਨੀ ਜੀ, ਇੱਕ ਤਾਂ ਗਿਣਤੀ ਨੂੰ ਲੈ ਕੇ ਐਸਜੀਪੀਸੀ 9 ਬੰਦੀ ਸਿੰਘਾਂ ਦਾ ਜ਼ਿਕਰ ਕਰ ਰਹੀ ਹੈ। ਗਜਿੰਦਰ ਸ਼ੇਖਾਵਤ ਜੀ ਪਹੁੰਚਦੇ ਨੇ, ਕਹਿੰਦੇ ਸਾਡੇ ਕੋਲ ਤਾਂ ਲਿਸਟ 2 ਦੀ ਹੈ। ਇਹ ਥੋੜਾ ਜਿਹਾ ਸਮਝਾਓ ਕਿ ਬੀਜੇਪੀ ਜਾਂ ਕੇਂਦਰ ਦੇ ਮੰਤਰੀ ਕਿਸ ਆਧਾਰ ਦੇ ਉੱਤੇ ਸਿਰਫ 2 ਬੰਦੀ ਸਿੰਘਾਂ ਦਾ ਜ਼ਿਕਰ ਕਰ ਰਹੇ ਨੇ। बहुत जी गल है। सब तो पहले तो मैं थोड़ी करना चाहना है कि देखो बहुत त्रासदी है पंजाब की, पंजाब के लोगों की, सिख धर्म की, क्योंकि जिन्नियां साडियां सिख जथेबंदियां ने किसी भी रूप दे विच ने वो एक सुरता दे विच नहीं है। जदों वो एक सुरता दे विच नहीं, चाहे वो 11 मैंबरी कमेटी सी, चाहे फिर संगरूर की बाईपोल हुई और पता नहीं की जिस तरह इन्होंने जिक्र किया जदों सरकारां बणियां वजारतां दे रौले रहे, वजारतां पहलां लई फिर वजारत लई ते असीं ਜਿਹੜੇ ਮੁੱਦੇ ਸਾਨੂੰ ਪੰਥ ਕਰਕੇ ਜਾਂ ਪੰਜਾਬ ਕਰਕੇ ਜਾਂ ਸਾਡੇ ਜਿਹੜੇ ਬੰਦੀ ਸਿੰਘ ਹੈ ਉਹਨਾਂ ਕਰਕੇ ਜਿਹੜੇ ਚਾਹੀਦੇ ਸੀ ਉਹ ਅਸੀਂ ਮੁੱਦੇ ਨਹੀਂ ਚੁੱਕੇ, ਭੁੱਲ ਗਏ। ਔਰ ਤੁਸੀਂ ਹੋਰ ਦੇਖੋ ਕਿ ਜਦੋਂ ਸਰਕਾਰਾਂ ਰਹੀਆਂ, ਜਦੋਂ ਇਹ 2007 ਤੋਂ 2017 ਤੱਕ ਸਰਕਾਰ ਰਹੀ, ਫਿਰ 2014 ਉਦੋਂ ਪਹਿਲਾਂ ਇਹਨਾਂ ਦੀ ਆਪਣੀ ਸਰਕਾਰ ਸੀ, ਕਾਂਗਰਸ ਦੀ ਉੱਪਰ ਸਰਕਾਰ ਸੀ। 2014 ਤੋਂ 2021 ਤੱਕ मोदी साहब की सरकार हैगी है। हुण इन्हां ने मतलब कदों जिहड़े बंदी सिंघां दे मुद्दे जिहड़े हैगे ने वो उठाए गए। सिर्फ जदों इन्हां नूं कोई मुद्दा होर नहीं मिलिया तो जरूर बाईपोल आ गई। एक तां जदों 11 मैंबरी कमेटी की मीटिंग हुंदी है ते उत्थे मतलब सारे इकट्ठे तां हुंदे ने, पर सिमरजीत सिंह मान साहब ये कहंदे ने भी जी अख मारो सज्जी ते मैं समझ लूंगा खालिस्तान दा मता पास हो गया। ਇੰਨੀ ਤਾਂ ਇਹ ਸੀਰੀਅਸ ਮੀਟਿੰਗ ਸੀ ਤੇ ਇੰਨੇ ਸੀਰੀਅਸ ਮੁੱਦੇ ਇਹ ਡਿਸਕਸ ਕਰ ਰਹੇ ਸੀ। ਉਸ ਤੋਂ ਬਾਅਦ ਜਿਹੜੀ ਸੰਗਰੂਰ ਬਾਈਪੋਲ ਹੋਈ ਆ ਉਹ ਲੜਾਈ ਹੋਈ ਸੀ ਆਪਣੀ ਬਾਦਲ ਐਸਏਡੀ ਦੀ ਔਰ ਅੰਮ੍ਰਿਤਸਰ ਐਸਏਡੀ ਸਿਮਰਜੀਤ ਸਿੰਘ ਮਾਨ ਦੀ। ਕੋਈ ਮੁੱਦਾ ਇਹਨਾਂ ਨੇ ਨਹੀਂ ਚੁੱਕਿਆ। ਬਾਦਲ ਨੇ ਤਾਂ ਕੋਈ ਮੁੱਦਾ ਚੁੱਕਿਆ ਹੀ ਨਹੀਂ ਕਿ ਵੀ ਸਾਡਾ ਤਾਂ ਇੱਕ ਬੰਦੀ ਸਿੰਘ ਵਾਲਾ ਹੈਗਾ ਤੇ ਸਾਡੀ ਭੈਣ ਕਮਲਦੀਪ ਕੌਰ ਨੂੰ ਉਹਨਾਂ ਨੇ ਨੁਮਾਇੰਦਾ ਬਣਾਤਾ, ਬਾਕੀ ਮੁੱਦੇ ਛੱਡਤੇ। ਪਰ ਜੇ ਪਹਿਲਾਂ 2 ਜਿਹੜੇ ਤਾਂ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਜੇ ਉਹ ਮੈਂਬਰ ਪਾਰਲੀਮੈਂਟ ਹੈਗੇ ਤੇ ਜੇ ਉਹ ਕੁਝ ਨਹੀਂ ਕਰ ਰਹੇ ਜਾਂ ਨਹੀਂ ਕੁਝ ਕਰ ਪਾ ਰਹੇ, ਖਾਸ ਕਰਕੇ ਜਦੋਂ ਉਹਨਾਂ ਦੀ ਇੰਨੀ ਸਾਂਝੀ ਹੈ ਬੀਜੇਪੀ ਦੇ ਨਾਲ, ਤੇ ਫਿਰ ਬੀਬਾ ਕਮਲਦੀਪ ਕੌਰ ਦੇ ਨਾਲ ਆਉਣ ਨਾਲ ਕੀ ਖਾਸ ਚੇਂਜ ਹੋ ਜਾਏਗਾ। ਠੀਕ ਹੈ। तो मैं ਇਹ ਗੱਲ ਇੱਕ ਸੈਕਿੰਡ ਮੈਂ ਇਹ ਗੱਲ ਸਮਝਦਾ ਹੈ ਕਿ ਜਿੰਨੀ ਦੇਰ ਦੇਖੋ ਚਾਹੇ ਐਸਜੀਪੀਸੀ ਹੈ, ਮੈਨੂੰ ਕਹਿਣਾ ਨਹੀਂ ਚਾਹੀਦਾ ਚਾਹੇ ਅਕਾਲ ਤਖਤ ਸਾਹਿਬ ਹੈਗੇ ਨੇ, ਵੈਸੇ ਤਾਂ ਉਹ ਜਥੇਦਾਰ ਸਾਹਿਬ ਵੀ ਇਹਦੇ ਕਾਰਜਕਾਰੀ ਨੇ ਤੇ ਕਾਰਜਕਾਰੀ ਬੰਦਾ ਤਾਂ ਕਾਰਜਕਾਰੀ ਹੁੰਦਾ, ਉਹ ਪੱਕਾ ਜਥੇਦਾਰ ਨਹੀਂ ਹੁੰਦਾ। ਔਰ ਉਹਨਾਂ ਨੇ ਚਲੋ ਅਟੈਂਪਟਸ ਬਹੁਤ ਕੀਤੀਆਂ ਨੇ ਕਿ ਕਿੱਦਾਂ ਸਾਰਾ ਸਿਸਟਮ ਨੂੰ ਜਿਹੜਾ ਠੀਕ ਠਾਕ ਕੀਤਾ ਜਾਵੇ, ਪਰ ਉਹਨਾਂ ਦਾ ਇੱਕੋ ਵਿਚਾਰ ਇਹ ਰਿਹਾ ਕਿ ਜੀ ਅਕਾਲੀ ਦਲ ਬਾਦਲ ਕਿੱਦਾਂ ਰਿਵਾਈਵ ਹੋ ਸਕਦਾ ਹੈ, ਅਕਾਲੀ ਦਲ ਬਾਦਲ ਦੀ ਫੈਮਿਲੀ ਕਿੱਦਾਂ ਰਿਵਾਈਵ ਹੋ ਸਕਦੀ ਹੈ। ਹੁਣ ਵੀ ਜਿਸ ਕ੍ਰਾਈਸਿਸ ਦੇ ਵਿੱਚ ਚੱਲ ਰਹੇ ਨੇ ਉਹ ਸਾਰਾ ਕੁਝ ਭੰਗ ਕਰਤਾ, ਜੋ ਮਰਜ਼ੀ ਹੋ ਗਿਆ, ਪਰ ਪ੍ਰਧਾਨ ਨਹੀਂ ਹਟਾਇਆ ਜਾਏਗਾ। ਚਲੋ ਸਾਡਾ ਮਸਲਾ ਨਹੀਂ ਹੈਗਾ, ਪਰ ਉਹਨਾਂ ਨੇ ਇੱਕ ਠੀਕ ਗੱਲ ਕਹੀ ਜਥੇਦਾਰ ਸਾਹਿਬ ਨੇ ਕਿ ਜੇ ਰਾਜਨੀਤੀ ਛੱਡੋ, ਤੁਸੀਂ ਪੰਥ ਨੂੰ ਤਕੜਾ ਕਰੋਗੇ, ਰਾਜਨੀਤੀ ਆਪਣੇ ਆਪ ਤੁਹਾਡੇ ਕੋਲ ਤਕੜੀ ਆ ਕੇ ਆ ਜਾਏਗੀ। ਮੈਂ ਸਰ ਪੁਆਇੰਟ ਦੇ ਉੱਤੇ ਆਵਾਂ, ਸਮਾਂ ਬਹੁਤ ਪੂਰਾ ਹੁੰਦਾ ਹੈ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਸਿਆਸਤ ਹੋ ਰਹੀ है इसके जरिए, बंदी ਸਿੰਘਾਂ ਦੇ ਮੁੱਦੇ ਦੇ ਜ਼ਰੀਏ सियासत आपस में हो रही है। ये इकट्ठे होकर सियासत करन, लड़ाई करन, ਭਾਰਤ ਸਰਕਾਰ ਨਾਲ ਮਸਲਾ ਚੁੱਕਣ। ਤੁਸੀਂ ਦੇਖੋ 2018 ਦੇ ਵਿੱਚ ਤਾਮਿਲਨਾਡੂ ਦੀ ਅਸੈਂਬਲੀ ਨੇ ਇੱਕ ਮਤਾ ਪਾਸ ਕੀਤਾ ਕਿ ਜਿਹੜੇ ਰਾਜੀਵ ਗਾਂਧੀ ਦੀ ਅਸੈਸੀਨੇਸ਼ਨ ਸੀਗੀ ਕਿ ਉਹਨਾਂ ਦੀ ਮਾਫੀ ਕੀਤੀ ਜਾਵੇ, ਔਰ ਉਹ ਮਾਫੀ ਹੋ ਗਈ ਉਹਨਾਂ ਦੀ। ਮਤਲਬ ਜੇ ਪੰਜਾਬ ਸਰਕਾਰ ਦੀ ਜਿਹੜੀ ਇੱਕ ਤਾਂ ਤੁਸੀਂ ਅੱਜ ਹੀ ਦੇਖੋ ਵੀ ਤੁਹਾਡੇ ਚੈਨਲ ਤੇ ਆਪ ਪਾਰਟੀ ਦਾ ਕੋਈ ਬੰਦਾ ਨਹੀਂ, ਆਮ ਆਦਮੀ ਪਾਰਟੀ ਦਾ, ਦੇ ਸ਼ੁੱਡ ਬੀ ਹੇਅਰ, ਕਿਉਂਕਿ ਕੇਜਰੀਵਾਲ ਨੇ ਕਿਹਾ ਸੀਗਾ ਇਲੈਕਸ਼ਨਾਂ ਵੇਲੇ ਕਿ ਮੈਂ ਪਹਿਲੀ ਮੀਟਿੰਗ ਦੇ ਵਿੱਚ ਜਿਹੜੀ ਇਹ ਰਿਹਾਈ ਹੈਗੀ ਆ ਪ੍ਰੋਫੈਸਰ ਦਵਿੰਦਰ ਭੁੱਲਰ ਦੀ ਉਹ ਮੈਂ ਕਰਾਂਗਾ। ਅਜੇ ਤੱਕ ਜਿਹੜੀ ਐਸਆਰਬੀ ਦੀ ਮੀਟਿੰਗ ਹੈਗੀ ਹੈ ਉਹ ਮੀਟਿੰਗ ਤੱਕ ਨਹੀਂ ਕੀਤੀ। ਤੇ ਸਾਡੇ ਚੀਫ ਮਿਨਿਸਟਰ ਕੀ ਕਰ ਰਹੇ ਆ, ਭਗਵੰਤ ਸਿੰਘ ਮਾਨ ਜੀ ਕੀ ਕਰ ਰਹੇ ਨੇ, ਕੀ ਉਹਨਾਂ ਦੀ ਅਟੈਂਪਟ ਹੈ, ਕੀ ਐਫਰਟ ਹੈ, ਕੀ ਉਹ ਕਰਵਾ ਰਹੇ ਨੇ। ਘੱਟੋ ਘੱਟ ਜਿਹੜੀ ਚੀਜ਼ ਅਸੀਂ ਕਰ ਸਕਦੇ ਉਹ ਤਾਂ ਅਸੀਂ ਕਰੀਏ ਜਿਹੜੀ ਲੋਕਾਂ ਨੇ ਕਰਨੀ ਹੈ। ਹੋਰ ਇੱਕ ਦੂਜੀ ਗੱਲ ਜਿਹੜੀ ਤੁਸੀਂ ਕਹੀ ਸੀਗੀ ਕਿ 11/10/2019 ਨੂੰ ਭਾਰਤ ਸਰਕਾਰ ਨੇ ਅਨਾਉਂਸ ਕਰਤਾ ਸੀਗਾ ਕਿ ਜਿੰਨੇ ਵੀ ਸਿੱਖ 9 ਸੀਗੇ ਔਰ 9 ਦੇ ਇਹਨਾਂ ਨੇ ਪੋਸਟਰ ਲਾਏ ਨੇ, 8 ਬਾਰੇ ਇੱਕ ਦੀ ਤਾਂ ਜਿਹੜੀ ਡਿਸੈਂਟੈਂਸ ਕਮਿਊਨਿਟੀ ਹੈ ਉਹਨਾਂ ਨੂੰ ਤਾਂ ਸਾਰੀ ਉਮਰ ਜੇਲ੍ਹ 'ਚ ਰਹਿਣਾ ਪੈਂਦਾ, ਪਰ ਜਿਹੜੇ ਬਾਕੀ ਸੀਗੇ ਉਹਨਾਂ ਨੇ ਕਿਹਾ ਸੀ ਸਾਡੇ ਵੱਲੋਂ ਜਿਹੜੀ ਲੋੜੀਂਦੀ ਕੰਸਲਟੇਸ਼ਨ ਹੈਗੀ ਐਸ ਪਰ ਦੀ ਲਾ 435 ਜਿਹੜਾ ਸੈਕਸ਼ਨ ਹੈ ਸੀਆਰਪੀਸੀ ਦਾ, ਔਰ ਉਹਦੇ ਨਾਲ ਜਿਹੜੀ ਕੰਕਰੈਂਸ ਹੈਗੀ ਹੈ
ਅਸੀਂ ਦੇਤੀ ਹੈਗੀ ਹੈ। ਜਿਹੜੀਆਂ ਰਾਜ ਸਰਕਾਰਾਂ ਹੈਗੀਆਂ ਨੇ ਉਹ ਰਿਹਾਈ ਕਰ। ਭਾਰਤ ਸਰਕਾਰ ਵੱਲੋਂ 1% ਦੀ ਕਿਸੇ ਤਰ੍ਹਾਂ ਦੀ ਵੀ ਡਿਲੇ ਨਹੀਂ ਹੈਗੀ। ਕੋਈ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਵਾਲੇ ਪਾਸੇ ਤੋਂ ਕੋਈ ਡਿਲੇ ਨਹੀਂ ਹੈ। ਮੈਂ ਤੁਹਾਡੇ ਕੋਲ ਸਰ ਵਾਪਸ ਆਣਾ, ਤੁਸੀਂ ਸਿਆਸਤ ਵਾਲਾ ਮੁੱਦਾ ਚੁੱਕਿਆ ਹੈ। ਗਰੇਵਾਲ ਸਾਹਿਬ, ਦੋਵੇਂ ਚੀਜ਼ਾਂ ਦਾ ਜਵਾਬ। ਭੋਮਾ ਜੀ ਨੇ ਵੀ ਬਹੁਤ ਸਾਰੇ ਇਲਜ਼ਾਮ ਲਗਾਏ ਨੇ ਤੇ ਦੂਜੇ ਪਾਸੇ ਇਲਜ਼ਾਮ ਬੀਜੇਪੀ ਵੀ ਲਗਾ ਰਹੀ ਹੈ ਕਿ ਇੱਕ ਤਾਂ ਤੁਸੀਂ ਬਹੁਤ ਖਿੰਡੇ ਹੋਏ ਨਜ਼ਰ ਆਉਂਦੇ ਹੋ, ਇਕੱਠੇ ਹੋਵੋ ਤਾਂ ਸ਼ਾਇਦ ਕੇਂਦਰ ਦੀ ਸਰਕਾਰ ਦੇ ਉੱਤੇ ਸੋਲਿਡ ਤਰੀਕੇ ਦੇ ਨਾਲ ਦਬਾਅ ਬਣਾਇਆ ਜਾ ਸਕੇ। ਪੁਆਇੰਟ ਨੰਬਰ 2, ਉਹ ਇਹ ਵੀ ਕਹਿ ਰਹੇ ਨੇ ਕਿ ਕੁਝ ਨਹੀਂ ਹੈ, ਸੰਗਰੂਰ ਇਲੈਕਸ਼ਨ ਦੇਖਿਆ, ਸਭ ਕੁਝ ਦੇਖਿਆ, ਸਿਰਫ ਸਿਆਸਤ ਹੋ ਰਹੀ ਹੈ। ਦੇਖੋ ਜੀ, ਭੋਮਾ ਜੀ ਤਾਂ ਮੇਰੇ ਮਿੱਤਰ ਨੇ, ਮੈਂ ਉਹਨਾਂ ਨਾਲ ਬਾਅਦ ਚ ਗੱਲ ਕਰਦਾ। ਮੈਂ ਇਹ ਵੱਡੀ ਪਾਰਟੀ ਹੈ, ਸਾਡੇ ਚੰਨੀ ਸਾਹਿਬ ਬੈਠੇ ਆ, ਭਾਰਤੀ ਜਨਤਾ ਪਾਰਟੀ ਜੀ। ਬਹੁਤ ਵੱਡਾ ਅਫਸੋਸ ਹੈ, ਬਹੁਤ ਵੱਡਾ ਅਫਸੋਸ ਹੈ ਕਿ ਘੱਟੋ ਘੱਟ ਜੇ ਤੁਹਾਡਾ ਏਜੰਡੇ ਦੇ ਵਿੱਚ ਹੁਣ ਤੁਸੀਂ ਇਹਨੂੰ ਕੈਨਸਲ ਕਰ ਦਿੱਤਾ ਸਮੇਂ ਰਹਿੰਦਿਆਂ, ਕਿਉਂਕਿ ਤੁਸੀਂ ਇਹ ਤੇ ਰਾਜਨੀਤੀ ਕਰ ਰਹੇ ਹੋ, ਬੀਜੇਪੀ ਨੂੰ ਮੈਂ ਕਹਿ ਰਿਹਾ, ਤੇ ਘੱਟੋ ਘੱਟ ਝੂਠ ਤਾਂ ਨਾ ਬੋਲੋ। ਜਿਹੜੇ ਹੁਣ ਮੈਂ ਆ ਨੋਟੀਫਿਕੇਸ਼ਨ ਹੈ ਜੀ, ਆ ਨੋਟੀਫਿਕੇਸ਼ਨ ਹੈ ਜਿਹੜਾ 550 ਸਾਲਾਂ ਤੇ ਕਿ ਨਾ 2019 10/10/2019 ਨੂੰ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਹਦੇ 'ਚ ਸਾਰੀਆਂ ਧਾਰਾਵਾਂ ਲਾਈਆਂ ਗਈਆਂ ਸੀ, ਜਿਹਦੇ 'ਚ 9 ਬੰਦੇ ਸੀ। ਠੀਕ ਹੈ ਨਾ, 9 ਬੰਦਿਆਂ ਵਿੱਚੋਂ ਮੈਂ ਹੁਣ ਦੱਸ ਦਿਆਂ, ਚੰਨੀ ਸਾਹਿਬ ਤੁਸੀਂ ਬਹੁਤ ਸਤਿਕਾਰਯੋਗ ਹੋ, ਤੁਸੀਂ ਮਹਿਕਮੇ ਨਾਲ ਸੰਬੰਧਿਤ ਹੋ। ਇਹਦੇ ਵਿੱਚ ਇੱਕ ਤਾਂ ਦਵਿੰਦਰ ਆਪਣੇ ਬਲਵੰਤ ਸਿੰਘ ਰਾਜੋਆਣਾ, ਜਿਨ੍ਹਾਂ ਦੀ ਫਾਂਸੀ ਤਬਦੀਲ ਕਰਨ ਦੀ ਗੱਲ ਸੀ। ਬਾਕੀ 8 ਬੰਦੇ ਜਿਹੜੇ ਆ ਉਹਨਾਂ ਦੀ ਉਮਰ ਕੈਦ ਨਾਲ ਸੰਬੰਧਿਤ ਕਿਹਾ ਗਿਆ ਸੀ ਉਹਨਾਂ ਨੂੰ, ਭਾਵੇਂ ਕਿ ਉਹ ਉਮਰ ਕੈਦ ਨਾਲ ਸਾਰੇ ਸੰਬੰਧਿਤ ਨਹੀਂ ਸੀ, ਜਿਨ੍ਹਾਂ ਦੇ ਵਿੱਚੋਂ ਸਿਰਫ ਤੇ ਸਿਰਫ ਇੱਕ ਲਾਲ ਸਿੰਘ ਬਾਹਰ ਆਏ ਨੇ। ਬਾਕੀ ਸਾਰੇ ਜਿਹੜੇ ਆ 3 ਜਾਣੇ ਤਾਂ ਹਲੇ ਅੰਦਰ ਹੀ ਨੇ, ਦਵਿੰਦਰਪਾਲ ਸਿੰਘ ਭੁੱਲਰ ਅੰਦਰ ਨੇ, ਤੇ ਸਾਡੇ ਗੁਰਦੀਪ ਸਿੰਘ ਖੇੜਾ ਹਾਲੇ ਵੀ ਅੰਦਰ ਨੇ। 32 ਸਾਲ ਹੋ ਗਏ ਜੀ ਉਹਨਾਂ ਨੂੰ, 32 ਸਾਲ ਹੋ ਗਏ। 3 ਬੰਦੇ ਉਹ ਨੇ। ਤੇ ਮੈਂ ਹੋਰ ਨਵੀਂ ਗੱਲ ਦੱਸ ਦਿਆਂ, ਜਿਹੜੀ ਸਭ ਤੋਂ ਮਾੜੀ ਗੱਲ ਹੋਈ, ਦੇਖੋ ਤੁਸੀਂ ਜਦੋਂ ਧੋਖਾ ਕਰਦੇ ਹੋ ਗੱਲ ਹੁੰਦੀ ਆ। ਦੇਖੋ ਜਦੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਨਾ ਜੀ, ਇਹ ਨੋਟੀਫਿਕੇਸ਼ਨ ਤੋਂ ਪਹਿਲਾਂ ਉਹ 3 ਬੰਦਿਆਂ ਦੇ ਨਾਮ ਦਿੱਤੇ ਗਏ, ਜਿਹੜੇ 3 ਬੰਦੇ ਜ਼ਮਾਨਤ, ਪੱਕੀ ਜ਼ਮਾਨਤ ਤੇ ਕੋਰਟ ਵੱਲੋਂ ਪਹਿਲਾਂ ਹੀ ਬਾਹਰ, ਜਿਹਦੇ ਚ ਬਾਬਾ ਬਲਵੀਰ ਸਿੰਘ, ਜਿਹਦੇ ਵਿੱਚ ਹਰਜਿੰਦਰ ਸਿੰਘ ਕਾਲੀ ਤੇ ਵਰਿਆਮ ਸਿੰਘ, ਇਹ 3 ਜਾਣੇ ਪਹਿਲਾਂ ਹੀ ਬਾਹਰ ਸੀ। ਸਿਰਫ ਇੱਕ ਬੰਦਾ ਛੱਡਿਆ, 2 ਬੰਦੇ ਸੁਬੇਗ ਸਿੰਘ ਤੇ ਨੰਦ ਸਿੰਘ, ਜਿਨ੍ਹਾਂ ਦੀ ਕੋਰਟ ਦੇ ਵਿੱਚ, ਜਿਨ੍ਹਾਂ ਦੀ ਜਿਹੜਾ ਅਕਾਲੀ ਦਲ ਦੇ ਵੱਲੋਂ ਕੋਰਟ ਰਾਹੀਂ ਇਹਨਾਂ ਨੂੰ, ਹਾਈ ਕੋਰਟ ਰਾਹੀਂ ਇਹਨਾਂ ਨੂੰ ਰਿਹਾ ਕਰਾਇਆ ਗਿਆ, ਉਹ ਵੀ ਮੰਨ ਲਏ, ਪਰ ਉਹ ਚਲੋ ਬੰਦੀ ਸਿੰਘਾਂ ਵਿੱਚ ਨਹੀਂ ਆਉਂਦੇਗੇ। ਇਹ ਹਾਲਾਤ ਨੇ। ਵੇਖੋ, ਜੇ ਤੁਸੀਂ ਕੋਈ ਕਰਨਾ ਚਾਹੁੰਦੇ ਹੋ, ਗੁੰਮਰਾਹ ਤਾਂ ਨਾ ਕਰੋ। ਹੁਣ ਐਡੇ ਵੱਡੇ ਮੰਤਰੀ ਆ, ਹੁਣ ਮੈਂ ਬੇਨਤੀ ਕਰਨੀ ਚਾਹੁੰਦਾ ਚੰਨੀ ਸਾਹਿਬ ਨੂੰ, ਚੰਨੀ ਸਾਹਿਬ ਛੋਟਾ ਜਵਾਬ ਰੱਖੀਏ ਸਰ, ਸਮਾਂ ਮੈਂ ਛੋਟਾ ਕਰ ਰਿਹਾ। ਮੈਂ ਥੋੜਾ ਹੋਰ ਤੁਹਾਡੀ ਗੱਲ ਨੂੰ ਮੈਂ ਹੋਰ ਕਲੀਅਰ ਕਰ ਦਿੰਦਾ। ਤੁਸੀਂ ਇਹ ਕਹਿ ਰਹੇ ਹੋ ਕਿ ਜੋ 550 ਸਾਲਾ ਮੌਕੇ ਦੇ ਉੱਤੇ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 550 ਸਾਲਾਂ ਦੇ ਮੌਕੇ ਦੇ ਉੱਤੇ ਜੋ ਕਿਹਾ ਗਿਆ ਸੀ ਉਹ ਨਹੀਂ ਹੋਇਆ। ਉਹ ਕਹਿ ਰਹੇ ਨੇ ਕਿ ਕਹੀ ਸੀ ਅਸੀਂ ਉਹਦੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਰਿਲੀਜ਼ ਕਰ ਦਿੱਤਾ। ਝੂਠ ਬੋਲਿਆ। ਠੀਕ ਹੈ, ਮੈਂ ਛੋਟਾ ਜਿਹਾ ਸਟੇਟਮੈਂਟ ਲੈਣ ਦੋ, ਮੈਂ ਦਾਦੂਵਾਲ ਜੀ ਦਾ ਰੁਖ ਕਰਨਾ। ਮੈਂ ਚੰਨੀ ਜੀ। ਹਾਂ ਗੌਰਵ ਜੀ, ਗੱਲ ਇਹ ਹੈਗੀ ਹੈ, ਮੈਨੂੰ ਇਹ ਗਰੇਵਾਲ ਸਾਹਿਬ ਬੜੇ ਸਤਿਕਾਰਯੋਗ ਨੇ, ਇਹ ਕਾਈਂਡਲੀ ਦੱਸ ਦੇਣ ਜਿਹੜੀ 11 ਅਕਤੂਬਰ 2019 ਦੀ ਕਮਿਊਨੀਕੇਸ਼ਨ ਹੈਗੀ ਹੈ, ਜਿਹਦੇ ਰਾਹੀਂ ਇਹ ਫੈਸਲਾ ਹੋਇਆ ਸੀਗਾ ਕਿ ਕੰਕਰੈਂਸ ਆਫ ਸੈਂਟਰਲ ਗਵਰਨਮੈਂਟ to concerned state and union territories for remission and release of 8 Sikh prisoners, where approval, concurrence, consultation ਜਿਹੜੀ ਚਾਹੀਦੀ ਹੈ was required, ਉਹ ਦੇ ਦਿੱਤੀ ਗਈ ਸੀ ਕਿ 11/10/19 ਦੀ ਚਿੱਠੀ ਭਾਰਤ ਸਰਕਾਰ ਨੇ ਵਾਪਸ ਲੈ ਲਈ। ਇੱਕ ਗੱਲ। ਦੂਜੀ ਗੱਲ, 10 ਪ੍ਰਿਜ਼ਨਰ ਜਿਹੜੇ ਸੀਗੇ ਉਹ ਆਲਰੇਡੀ ਰਿਲੀਜ਼ ਸੀਗੇ, ਨੰਦ ਸਿੰਘ, ਸੁਪੇਗ ਸਿੰਘ ਤੇ ਲਾਲ ਸਿੰਘ, ਤੇ ਉਦੋਂ ਪਹਿਲਾਂ ਜਿਹੜੇ ਆਲਰੇਡੀ 3 ਬਲਵੀਰ ਸਿੰਘ, ਰਜਿੰਦਰ ਸਿੰਘ ਤੇ ਵਰਿਆਮ ਸਿੰਘ, ਉਹ ਆਲਰੇਡੀ ਰਿਲੀਜ਼ ਸੀਗੇ। ਸੋ ਇਹ ਜਿਹੜੀ ਗੱਲ ਹੈਗੀ ਹੈ, ਇਹ ਅਸੀਂ ਜਿਹੜੀ ਰਿਕਾਰਡ ਦੀ ਗੱਲ ਕਰ ਰਹੇ ਹਾਂ, ਉਦਾਂ ਦੀ ਗੱਲ ਨਹੀਂ ਕਰ ਰਹੇ। ਤੇ ਜਾਂ ਤਾਂ ਕਹਿ ਲਓ ਚਿੱਠੀ ਵਾਪਸ ਹੋ ਗਈ, ਫਿਰ ਤਾਂ ਅਸੀਂ ਮੰਨਦੇ ਹਾਂ ਵੀ ਭਾਰਤ ਸਰਕਾਰ ਨੇ ਮੰਨਿਆ ਸੀ, ਤੇ ਫਿਰ ਉਹ ਵਿਡਰਾਅ ਕਰ ਗਏ, ਪਿੱਛੇ ਹੋ ਗਏ। ਠੀਕ ਹੈ ਜੀ, ਠੀਕ ਹੈ। ਮੈਂ ਤੁਹਾਡੇ ਕੋਲ ਵਾਪਸ ਆਉਣਾ। ਮੈਂ ਇੱਕ ਵਾਰੀ ਦਾਦੂਵਾਲ ਜੀ ਦਾ ਰੁਖ ਕਰ ਲਵਾਂ। ਦਾਦੂਵਾਲ ਜੀ, ਦੇਖੋ ਆਪੋ ਆਪਣੇ ਤਰਕ ਨੇ। ਇੱਕ ਪਾਸੇ ਬੀਜੇਪੀ ਦੇ ਨੁਮਾਇੰਦੇ ਬੈਠੇ ਨੇ, ਉਹ ਤਰਕ ਦੇ ਰਹੇ ਨੇ ਆਪਣੇ ਪੱਧਰ ਤੇ, ਦੂਜੇ ਪਾਸੇ ਤਰਕ ਐਸਜੀਪੀਸੀ ਦੇ ਨੁਮਾਇੰਦੇ ਨੇ, ਉਹਨਾਂ ਦੇ ਵੀ ਨੇ। ਪਰ ਇੱਕ ਇਲਜ਼ਾਮ ਜੋ ਲਗਾਇਆ ਜਾ ਰਿਹਾ ਕਿ ਜੋ ਪੂਰੀ ਮੁਹਿੰਮ ਸੀ ਜਾਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਮੇਟੀ ਦੇ ਜ਼ਰੀਏ, ਉਸ ਨੂੰ ਤੁਸੀਂ ਇੱਕ ਤਰੀਕੇ ਨਾਲ ਅੱਗੇ ਸਿਰੇ ਨਹੀਂ ਚੜਨ ਦਿੱਤਾ। ਖੈਰ, ਇੱਕੋ ਪੁਆਇੰਟ ਹੋ ਗਿਆ। ਮੈਂ ਨੈਕਸਟ ਦੇ ਉੱਤੇ ਆਉਣਾ ਕਿ ਮੌਜੂਦਾ ਸਮੇਂ ਦੇ ਵਿੱਚ ਐਸਜੀਪੀਸੀ ਜਿਹੜਾ ਮੀਟਿੰਗ ਤੋਂ ਬਾਅਦ ਫੈਸਲਾ ਲੈ ਕੇ ਇਸ ਸਮੇਂ 12 ਤਰੀਕ ਵਾਲਾ ਪ੍ਰਦਰਸ਼ਨ ਦਾ ਐਲਾਨ ਕਰ ਰਹੀ ਹੈ, ਤੁਹਾਨੂੰ ਲੱਗਦਾ ਕਿ ਸਹੀ ਫੈਸਲਾ ਹੈ ਔਰ ਬਿਲਕੁਲ ਸਹੀ ਟਰੈਕ ਦੇ ਉੱਤੇ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਉੱਤੇ ਐਸਜੀਪੀਸੀ ਇਸ ਸਮੇਂ?
ਦੇਖੋ ਇੱਕੋ ਗੱਲ ਗੌਰਵ ਜੀ ਮੈਂ ਪਹਿਲਾਂ ਵੀ ਕਹੀ ਆ ਤੇ ਮੈਂ ਹੁਣ ਵੀ ਕਹਿਣਾ ਚਾਹੁੰਦਾ ਜੀ ਕਿ ਦੇਖੋ ਜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੁਹਿਰਦ ਹੋਵੇ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਤਾਂ ਫਿਰ ਮੈਨੂੰ ਇੱਕ ਗੱਲ ਦੱਸੋ, ਇੱਕ ਪੰਜਾਬੀ ਦੀ ਕਹਾਵਤ ਆ, ਕਹਿੰਦੇ ਵੀ ਦੋਧੀਆਂ ਦੀ ਕੱਟੀ ਪਿੱਛੇ ਵੱਗ ਥੋੜੀ ਭੁੱਖਾ ਮਾਰਨਾ। ਗੱਲ ਸੁਖਬੀਰ ਸਿੰਘ ਬਾਦਲ ਦੀ ਸੀ। ਸੁਖਬੀਰ ਸਿੰਘ ਬਾਦਲ ਨੂੰ ਬਾਹਰ ਕਰਨਾ ਸੀ, ਇਹਨਾਂ ਨੇ ਸੰਤ ਨਿਹਾਲ ਸਿੰਘ ਨਿਹੰਗ ਸਿੰਘ ਜਥੇਬੰਦੀ, ਇਹਨਾਂ ਨੇ ਬਾਬਾ ਹਰਨਾਮ ਸਿੰਘ ਵੀ ਬਾਹਰ ਕਰਤੇ, ਦਮਦਮੀ ਟਕਸਾਲ ਵੀ ਬਾਹਰ ਕਰਤੀ। ਇੱਕ ਪਾਸੇ ਕਹਿੰਦੇ ਪੰਥ ਦੀ ਏਕਤਾ ਦੇ ਨਾਲ ਸੰਘਰਸ਼। ਅਸੀਂ ਵੀ ਕਿਹਾ ਸੀ ਕਿ ਜਿਨ੍ਹਾਂ ਨੇ ਬੰਦੀ ਬਣਾਏ ਉਹਨਾਂ ਨੂੰ ਬਾਹਰ ਕਰ ਦਿਓ, ਸਾਰੇ ਪੰਥ ਨੂੰ, ਜਿਹੜੇ ਬਾਹਰ ਰਹਿ ਗਈਆਂ ਜਥੇਬੰਦੀਆਂ ਉਹ ਵੀ ਆ ਜਾਣਗੀਆਂ, ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ ਸੀ ਜਿਹੜੀਆਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਵੀ ਨਹੀਂ ਸੀ ਆਈਆਂ, ਉਹ ਵੀ ਆਉਣ ਨੂੰ ਤਿਆਰ ਸੀ। ਉਹਨਾਂ ਨੇ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਬਾਹਰ ਕਰ ਦਿਓ ਕਮੇਟੀ ਚੋਂ, ਅਸੀਂ ਵੀ ਸਾਰੇ ਆਉਣ ਨੂੰ ਤਿਆਰ ਹਾਂ। ਪਰ ਜੇ ਕੋਸ਼ਿਸ਼ ਹੀ ਇੱਕ ਹੋਵੇ ਕਿ ਕਿਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਸਰਵਾਈਵ ਕਰਨਾ, ਇਕੱਲਾ ਅਸੀਂ ਨਹੀਂ ਕਹਿੰਦੇ ਜੀ। ਅੱਜ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਮਿੱਠੂ ਸਿੰਘ ਕਾਨੇ ਕੇ ਮੈਂਬਰ ਨੇ ਐਸਜੀਪੀਸੀ ਦੇ, ਗੁਰਪ੍ਰੀਤ ਸਿੰਘ ਜੀ ਰੰਧਾਵਾ ਮੈਂਬਰ ਨੇ ਐਸਜੀਪੀਸੀ ਦੇ, 1.5 ਦਰਜਨ ਦੇ ਕਰੀਬ ਮੈਂਬਰਾਂ ਨੇ ਅੱਜ ਜਿਹੜਾ ਲਿਖਤੀ ਪ੍ਰੈਸ ਨੋਟ ਜਾਰੀ ਕੀਤਾ, ਉਹ ਵਾਇਆ ਮੀਡੀਆ ਮੇਰੇ ਕੋਲ ਵੀ ਆਇਆ, ਸਵੇਰ ਨੂੰ ਅਖਬਾਰਾਂ 'ਚ ਵੀ ਛਪੇਗਾ। ਉਹਨਾਂ ਨੇ ਵੀ ਸਰਦਾਰ ਧਾਮੀ ਸਾਹਿਬ ਨੂੰ ਕਿਹਾ ਕਿ ਸਰਦਾਰ ਧਾਮੀ ਸਾਹਿਬ ਪੰਥ ਦੇ ਮੁੱਦਿਆਂ ਤੇ ਅਗਾਂਹ ਵਧੋ, ਸੁਖਬੀਰ ਸਿੰਘ ਬਾਦਲ ਦੀ ਗੁਲਾਮੀ ਛੱਡੋ। ਇਹ ਤਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਹਿ ਰਹੇ ਨੇ, 1.5 ਦਰਜਨ ਦੇ ਕਰੀਬ। ਅੱਜ ਦੀ ਮੀਟਿੰਗ ਤੋਂ ਬਾਅਦ ਉਹਨਾਂ ਦੇ ਤੁਸੀਂ ਬਿਆਨ ਦੇਖੋ, ਸਵੇਰ ਨੂੰ ਦਾਦੂਵਾਲ ਸਾਹਿਬ ਉਹਨਾਂ ਦੇ ਕੋਲ ਇੱਕ ਵੱਡਾ ਅਹੁਦਾ ਤਾਂ ਹੈਗਾ ਹੈ ਨਾ, ਅਕਾਲੀ ਦਲ ਦੇ ਪ੍ਰਧਾਨ ਨੇ ਮੌਜੂਦਾ ਸਮੇਂ ਦੇ ਵਿੱਚ, ਤੇ ਜੇ ਕਮੇਟੀ ਕੰਮ ਕਰੇਗੀ ਔਰ ਅਕਾਲੀ ਦਲ ਦੇ ਪ੍ਰਧਾਨ ਵੀ ਹੋਣਗੇ ਤਾਂ ਸੈਂਟਰ ਦੀ ਸਰਕਾਰ ਤੱਕ ਦਬਾਅ ਬਣਾਉਣ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਆਸਾਨੀ ਹੋਏਗੀ? ਦੇਖੋ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਅੜਿੱਕਾ ਹੀ ਉਹ ਨੇ, ਸਭ ਤੋਂ ਵੱਡਾ ਅੜਿੱਕਾ ਹੀ ਉਹ ਨੇ ਜਿਸ ਕਾਰਨ ਸਾਡੇ ਰਿਹਾ ਨਹੀਂ ਹੋ ਰਹੇ। ਇਹਨਾਂ ਦੀ ਜੇਦ ਹੈ ਕਿ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਅਸੀਂ ਕੰਮ ਨਹੀਂ ਕਰਨਾ। ਤੇ ਕੇਂਦਰ ਜਿਹੜਾ ਹੈ, ਲੱਗਦਾ ਮੈਨੂੰ ਜਿਸ ਤਰ੍ਹਾਂ ਉਹਨਾਂ ਦਾ ਅਲਾਇੰਸ ਟੁੱਟਾ ਹੋਇਆ, ਸੁਖਬੀਰ ਸਿੰਘ ਬਾਦਲ ਨਾਲ ਗੱਲ ਨਹੀਂ ਕਰਨੀ ਚਾਹੁੰਦੇ, ਜਿਸ ਤਰ੍ਹਾਂ ਦਾ ਸਾਨੂੰ ਜਿਹੜੇ ਇੰਡੀਕੇਟ ਜਿਹੜੇ ਮਿਲ ਰਹੇ ਆ ਵਾਇਆ ਮੀਡੀਆ ਅਸੀਂ ਦੇਖ ਰਹੇ ਆ। ਤੇ ਬਾਕੀ ਹੁਣ ਗੱਲ, ਹੁਣ ਇਹਨਾਂ ਦੀ ਇੱਕੋ ਹੀ ਕੋਸ਼ਿਸ਼ ਹੈ ਕਿ ਹੁਣ ਸੁਖਬੀਰ ਸਿੰਘ ਬਾਦਲ ਪਰਿਵਾਰ ਨੂੰ ਕਿਵੇਂ ਸਰਵਾਈਵ ਕਰੀਏ। ਹੁਣ ਤੁਸੀਂ ਦੇਖੋ, ਮੈਂ ਇੱਕ ਗੱਲ ਦਾ ਜਵਾਬ ਮੰਗਿਆ, ਸਰਦਾਰ ਗਰੇਵਾਲ ਸਾਹਿਬ ਜਵਾਬ ਦੇ ਦੇਣ ਜਾਂ ਸਰਦਾਰ ਧਾਮੀ ਸਾਹਿਬ ਤੋਂ ਲੈ ਦਿਓ ਤੁਸੀਂ, ਕਿ ਮੈਨੂੰ ਇੱਕ ਗੱਲ ਦਾ ਜਵਾਬ ਤਾਂ ਦੇ ਦਿਓ ਕਿ 11 ਮੈਂਬਰੀ ਕਮੇਟੀ ਦੀ ਮੀਟਿੰਗ ਕਦੋਂ ਸੱਦੀ ਗਈ, ਜਿਹਦੇ ਵਿੱਚ ਦਾਦੂਵਾਲ ਨਹੀਂ ਗਿਆ, ਜਾਂ ਜਿਹਦੇ ਵਿੱਚ ਕਾਲਕਾ ਨਹੀਂ ਗਿਆ, ਜਾਂ ਜਿਹਦੇ ਵਿੱਚ ਬਾਕੀ ਜਿਹੜੇ ਸੰਤ ਜਾਂ ਜਿਹੜੇ ਮੈਂਬਰ ਸੀ ਉਹ ਨਹੀਂ ਆਏ। 11 ਮੈਂਬਰੀ ਕਮੇਟੀ ਦੀ ਮੀਟਿੰਗ ਹੀ ਦੂਜੀ ਨਹੀਂ ਸੱਦੀ ਗਈ। ਇੱਕ ਭੰਗ ਕਦੋਂ ਕਰਤੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ, ਤੇ ਇਹਦੇ ਨਾਲ ਸਾਰੀਆਂ ਸੰਪਰਦਾਵਾਂ ਟਕਸਾਲਾਂ ਵੀ ਬਾਹਰ ਕਰ ਦਿੱਤੀਆਂ। ਇਹ ਤਾਂ ਸਿਰਫ ਰਾਜਨੀਤੀ ਆ। ਅਸੀਂ ਅਪੀਲ ਕਰਨੀ ਚਾਹੁੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫੈਸਲੇ ਤੇ ਨਜ਼ਰਸਾਨੀ ਕਰੇ। ਉਹ ਪੰਥ ਦੀਆਂ ਸੰਪਰਦਾਵਾਂ, ਟਕਸਾਲਾਂ, ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਸਭ ਨੂੰ ਨਾਲ ਲੈ ਕੇ ਚੱਲੇ। ਉਹਨਾਂ ਦੇ ਤਖਤ ਹਜੂਰ ਸਾਹਿਬ ਵੀ ਬਾਹਰ ਕਰਤਾ, ਉਹਨਾਂ ਦਿੱਲੀ ਕਮੇਟੀ ਵੀ ਬਾਹਰ ਕਰਤੀ। ਇਹ ਤਾਂ ਭਾਂਜੀ ਇੱਕ ਤਰੀਕੇ ਨਾਲ ਹੋ ਗਈ ਨਾ, ਹਾਲਾਂਕਿ ਅਫੀਸ਼ੀਅਲ ਤੌਰ ਤੇ ਤਾਂ ਉਹਨਾਂ ਨੇ ਨਹੀਂ ਗੱਲ ਕਹੀ। ਨਹੀਂ ਦਾਦੂਵਾਲ ਸਾਹਿਬ, ਜੇ ਦੁਬਾਰਾ ਮੀਟਿੰਗ ਸੱਦੀ ਜਾਂਦੀ ਹੈ 11 ਮੈਂਬਰੀ ਕਮੇਟੀ ਦੀ, ਤੁਸੀਂ ਪਹੁੰਚੋਗੇ? ਦਾਦੂਵਾਲ ਸਾਹਿਬ, ਜੇ ਕਮੇਟੀ ਦੀ ਮੀਟਿੰਗ ਸੱਦੀ ਗਈ ਐਸਜੀਪੀਸੀ ਪ੍ਰਧਾਨ ਦੇ ਵੱਲੋਂ ਤਾਂ ਤੁਸੀਂ ਪਹੁੰਚੋਗੇ? ਬਿਲਕੁਲ, ਅਸੀਂ ਤਾਂ ਕਹਿ ਕੇ ਆਏ ਸੀ ਗੌਰਵ ਸਾਹਿਬ, ਅਸੀਂ ਕਿਹਾ ਵੀ ਸਾਡਾ ਇਹ ਸੁਝਾਅ ਤੇ ਇਤਰਾਜ਼, ਅੱਜ ਵੀ ਲੈਟਰ ਪੜੋ। ਅਸੀਂ ਬਾਅਦ ਵਿੱਚ ਮੇਰੀ ਮੀਟਿੰਗ ਹੋਈ, ਮੈਂ ਕਿਹਾ ਧਾਮੀ ਸਾਹਿਬ ਅਸੀਂ ਤੁਹਾਡੇ ਸੱਦੇ ਤੇ ਆਏ ਆ ਤੇ ਆਵਾਂਗੇ। ਸੁਖਬੀਰ ਸਿੰਘ ਬਾਦਲ ਸਾਡਾ ਲੀਡਰ ਨਹੀਂ ਹੈ ਤੇ ਤੁਸੀਂ ਵੀ ਉਹਨਾਂ ਨੂੰ ਸਰਵਾਈਵ ਕਰਨ ਦੀ ਕੋਸ਼ਿਸ਼ ਨਾ ਕਰੋ। ਤੁਸੀਂ ਬਾਹਰ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਆ, ਪਰ ਤੁਸੀਂ ਜੋ ਸੰਘਰਸ਼ ਕਰੋਗੇ ਬੰਦੀ ਸਿੰਘਾਂ ਦੀ ਰਿਹਾਈ ਲਈ, ਅਸੀਂ ਉਹਦਾ ਪੂਰਾ ਸਾਥ ਦੇਵਾਂਗੇ। ਪਰ ਸਰਦਾਰ ਧਾਮੀ ਸਾਹਿਬ ਨੇ ਮੀਟਿੰਗ ਹੀ ਨਹੀਂ ਬੁਲਾਈ, ਮੁੜ ਕੇ ਜਵਾਬ ਲਓ ਉਹਨਾਂ ਤੋਂ। ਠੀਕ ਹੈ ਗਰੇਵਾਲ ਸਾਹਿਬ, ਮੈਂ ਭੋਮਾ ਜੀ ਤੁਹਾਡੇ ਕੋਲ ਆ ਰਿਹਾ, ਮੈਂ ਚਲੋ ਜਵਾਬ ਲੈ ਲਵਾਂ ਸਰ, ਮੈਂ ਜਵਾਬ ਲੈ ਲਵਾਂ। ਗਰੇਵਾਲ ਸਾਹਿਬ, ਤੁਸੀਂ ਜ਼ਿਕਰ, ਜਾਂ ਧਾਮੀ ਸਾਹਿਬ ਨੇ ਜ਼ਿਕਰ ਕਰ ਦਿੱਤਾ ਕਿ ਕਮੇਟੀ ਦੀ ਇੱਕ ਮੀਟਿੰਗ ਹੋਈ ਸੀ, ਅੱਗੇ ਕੁਝ ਨਹੀਂ ਹੋਇਆ। ਉਹ ਕਹਿੰਦੇ ਮੀਟਿੰਗ ਸੱਦਣੀ ਤਾਂ ਤੁਸੀਂ ਸੀ, ਤਾਲਮੇਲ ਤਾਂ ਤੁਸੀਂ ਬਿਠਾਉਣਾ ਸੀ, ਤੁਸੀਂ ਉਸ ਵੇਲੇ ਪਾਸੇ ਕੋਈ ਕਦਮ ਹੀ ਨਹੀਂ ਵਧਾਇਆ। ਦੇਖੋ ਜੀ, ਤੁਹਾਡੇ ਚੈਨਲ ਤੇ ਆ ਕੇ ਦਾਦੂਵਾਲ ਸਾਹਿਬ ਨੇ ਆਪਣੀ ਟੀਆਰਪੀ ਲੈਣ ਵਾਸਤੇ ਹਮੇਸ਼ਾ ਇਹਨਾਂ ਨੂੰ ਫੋਬੀਆ ਰਹਿੰਦਾ, ਜਦੋਂ ਕਿ ਅੱਜ ਦੀ ਮੀਟਿੰਗ ਦੇ ਵਿੱਚ, ਅੱਜ ਦੇ ਪ੍ਰੋਗਰਾਮ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦਾ ਨਾ ਕੋਈ ਇਸ਼ੂ ਆ, ਨਾ ਕੋਈ ਇਨਵੋਲਵਮੈਂਟ ਆ। ਪਰ ਕੀ ਆ ਵੀ ਇਹਨਾਂ ਨੂੰ ਟੀਆਰਪੀ ਰਹਿੰਦੀ ਆ। ਅੱਗੇ 16 ਕਰੋੜ ਰੁਪਈਆ ਉੱਥੇ ਬਗਾੜੀ ਮੋਰਚੇ ਵਿੱਚ ਡਕਾਰ ਗਏ ਨੇ, ਲੋਕਾਂ ਨੇ ਹਿਸਾਬ ਪੁੱਛਿਆ, ਇਹਨਾਂ ਨੇ ਦਿੱਤਾ ਨਹੀਂ। ਹੁਣ ਮੈਂ ਦੱਸ ਦਿਆਂ ਦਾਦੂਵਾਲ ਸਾਹਿਬ, ਤੁਹਾਨੂੰ ਮਿਹਰਬਾਨੀ ਕਰਕੇ, ਤੁਸੀਂ ਜਿੰਨਾ ਸਤਿਕਾਰਯੋਗ ਮੈਂਬਰਾਂ ਦਾ ਨਾਮ ਲਿਆ, ਗਰੇਵਾਲ ਸਾਹਿਬ ਜਿਹੜੇ ਚੈੱਕ ਤੁਸੀਂ ਦਿੱਤੇ ਤੁਹਾਡੇ ਵਾਪਸ ਕਰਾਂਗਾ। ਤੁਸੀਂ ਇਹ ਵੀ ਸੁਖਬੀਰ ਸਿੰਘ ਬਾਦਲ ਦੀ ਕੋਲ ਰਹੇ ਹੋ ਕੀ ਦੇ ਉੱਤੇ, ਮੈਂ ਨਹੀਂ, ਉਹ ਮੈਂ ਨਹੀਂ ਕਿਹਾ, ਤੁਹਾਡੇ ਸਾਥੀਆਂ ਨੇ ਕਿਹਾ, ਮੇਰੇ ਕੋਲ ਤੁਹਾਡੇ
ਤੁਹਾਡੇ ਸਾਥੀਆਂ ਨੇ ਕਿਹਾ, ਤੁਹਾਡੇ ਸਾਥੀਆਂ ਨੇ ਕਿਹਾ, ਝੂਠ ਬੋਲਿਆ, ਤੁਹਾਡੇ ਮੰਡ ਸਾਹਿਬ ਨੇ ਬੋਲਦੇ ਕਿਹਾ। ਤੁਸੀਂ ਮੇਰੀ ਗੱਲ ਤਾਂ ਸੁਣ, ਝੂਠ ਬੋਲਣ ਦੀ ਗੱਲ ਤਾਂ ਸੁਣ, ਤੁਸੀਂ ਟੀਵੀ ਤੇ ਆ ਕੇ ਕਿਉਂ ਬੋਲਦੇ ਹੋ? ਸੱਚ ਦੀ ਗੱਲ ਕਰੋ ਜੀ, ਗੱਲ ਤਾਂ ਸੱਚ ਦੀ ਸੁਣ, ਗੱਲ ਕਰੋ, ਮੈਂ ਦੱਸ ਝੂਠਣਾ ਬੋਲੋ ਟੀਵੀ ਤੇ ਆ ਕੇ। ਕੀ ਕਰਕੇ ਸਹੀ ਗੱਲ ਬੋਲੋ ਤਾਂ- ਦਾਦੂਵਾਲ ਸਾਹਿਬ, ਮੈਂ ਤੁਹਾਡੇ ਤੋਂ ਨਾਲ ਦੀ ਨਾਲ ਰਿਐਕਸ਼ਨ ਲੈ ਲਾਂਗਾ। ਤੁਸੀਂ ਇੱਕ ਵਾਰੀ ਗਰੇਵਾਲ ਜੀ ਨੂੰ ਕੰਪਲੀਟ ਕਰ ਲੈਣ ਦਿਓ। ਗੱਲ ਮੇਰੀ ਗੱਲ ਦਾਦੂਵਾਲ ਜੀ 20 ਸਕਿੰਟ ਦੋ ਇੱਕ ਵਾਰੀ ਨਾ, ਤੁਸੀਂ 20 ਤੋਂ 30 ਸਕਿੰਟ ਦੋ ਇੱਕ ਵਾਰੀ, ਮੈਂ ਤੁਹਾਡੇ ਕੋਲ ਗਰੇਵਾਲ ਜੀ ਕੰਪਲੀਟ ਕਰ ਲਓ ਪਲੀਜ਼। ਮੈਂ ਬੇਨਤੀ ਇਹ ਕਰਦਾ ਸੀ, ਜਿਹੜੀ ਦਾਦੂਵਾਲ ਸਾਹਿਬ ਕਹਿੰਦੇ ਨਾ ਉਹਨਾਂ ਨੇ ਚਿੱਠੀ ਲਿਖ ਕੇ ਦਿੱਤੀ ਆ, ਉਹ ਚਿੱਠੀ ਜਿਨ੍ਹਾਂ ਨੇ ਲਿਖਾਈ ਆ ਉਹ ਵੀ ਸਾਨੂੰ ਪਤਾ ਲੱਗ ਗਿਆ, ਪਰ ਅਸੀਂ ਸਤਿਕਾਰ ਕਰਦੇ ਆ। ਸਾਰੇ ਉੱਥੇ ਬੋਲੇ ਆ, ਉਹਨਾਂ ਦੀ ਲਾਈਵ ਰਿਕਾਰਡਿੰਗ ਤੁਹਾਨੂੰ ਭੇਜ ਦੇ। ਗੱਲ ਸੁਣੋ, ਗੱਲ ਤਾਂ ਟੇਕ ਦੇ, ਇੰਨਾ ਨਾ ਕੋਈ ਜੋਸ਼ ਕਿਉਂ ਖਾਂਦੇ ਹੋ, ਇੱਥੇ ਹੀ ਆ, ਤੁਸੀਂ ਵੀ ਇੱਥੇ ਰਹਿਣਾ, ਮੈਂ ਵੀ ਇੱਥੇ ਰਹਿਣਾ। ਉਹਨਾਂ ਦੀ ਜਿਹੜੀ ਲਾਈਵ ਉੱਥੇ ਬੋਲੇ ਆ, ਉਹ ਤੁਹਾਨੂੰ ਨਾ ਨਸ਼ਰ ਵੀ ਕਰ ਦਾਂਗੇ, ਵੈਸੇ ਲਾਈਵ ਚੱਲ ਰਹੀ ਆ ਸ਼੍ਰੋਮਣੀ ਕਮੇਟੀ ਦੇ। ਕਿਸੇ ਬੰਦੇ ਨੇ ਉੱਥੇ ਮਸਲਾ ਨਹੀਂ ਉਠਾਇਆ। ਬੰਦਿਆਂ ਨੇ ਮੀਟਿੰਗ ਤੋਂ ਬਾਅਦ ਧਾਮੀ ਸਾਹਿਬ ਨਾਲ ਮੀਟਿੰਗ ਕੀਤੀ ਆ, ਉਹਨਾਂ ਨੇ ਓਪਨਲੀ ਗੱਲ ਕਹੀ ਆ ਕਿ ਜੋ ਸ਼੍ਰੋਮਣੀ ਕਮੇਟੀ ਦਾ ਅੱਜ ਦਾ ਏਜੰਡਾ, ਇਸ ਏਜੰਡੇ ਦੇ ਵਿੱਚ ਸਾਨੂੰ ਦਿਖਾਈ ਦੇ ਰਿਹਾ ਕੋਈ ਰਾਜਨੀਤੀ ਨਹੀਂ ਗੀ, ਕੋਈ ਸਿਆਸੀ ਮਸਲਾ ਨਹੀਂ, ਅਸੀਂ ਡਟ ਕੇ ਉਸ ਮਾਮਲੇ ਦੇ ਨਾਲ ਚੱਲਾਂਗੇ। ਸੋ ਕਿਨਾ ਦਾਦੂਵਾਲ ਸਾਹਿਬ ਬੇਨਤੀ ਆ ਤੁਹਾਨੂੰ ਹੱਥ ਜੋੜ ਕੇ, ਨਹੀਂ ਗਰੇਵਾਲ ਸਾਹਿਬ, ਇਕੱਲਾ ਚੱਲੋ ਦੀ ਰਣਨੀਤੀ ਤੁਹਾਨੂੰ ਲੱਗਦਾ ਕਾਰਗਰ ਹੋ ਸਕਦੀ ਹੈ? ਨਹੀਂ ਕੱਲਾ ਚੱਲੋ ਵਾਲੀ ਕੋਈ ਗੱਲ ਨਹੀਂ। ਦੇਖੋ ਜਿਹੜਾ ਤੁਹਾਨੂੰ ਦੱਸ ਦੇਗਾ ਕਿ ਅੱਧ ਮੀਟਿੰਗ ਦੇ ਅੱਧ ਵਿਚਾਲੇ ਚਿੱਠੀ ਦਿੱਤੀ ਆ, ਤੁਸੀਂ 11 ਮੈਂਬਰਾਂ ਚੋਂ ਇੱਕ ਮੈਂਬਰ ਹੀ ਲੈ ਲਓ ਕੋਈ ਵਿੱਚ, ਤੁਹਾਨੂੰ ਪਤਾ ਕਿ ਗਰੇਵਾਲ ਸਾਹਿਬ ਤਾਂ ਹੈ ਹੀ ਨਹੀਂ ਉੱਥੇ, ਝੂਠ ਬੋਲੀ ਜਾ ਰਹੇ ਨੀਚੇ ਆ ਕੇ। ਚਲੋ ਨਹੀਂ ਮੈਂ ਨਹੀਂ, ਤੁਸੀਂ ਉਹ ਸਿਰਫ ਸੱਚ ਬੋਲਦੇ ਹੋ, ਬਾਕੀ ਸਭ ਝੂਠ ਬੋਲਦੇ ਆ। ਏਦਾਂ ਨਾ ਕਰੋ, ਆਪਾਂ ਮੈਂ ਪਹਿਲਾਂ ਕਿਹਾ ਸੀ ਆਪਾਂ ਬਹਿਸ 'ਚ ਨਹੀਂ ਪੈਣਾ ਚਾਹੀਦਾ। ਮੁੱਦਾ ਬੰਦੀ ਸਿੱਖਾਂ ਦੀ ਰਿਹਾਈ ਦਾ, ਮੁੱਦਾ ਬੰਦੀ ਸਿੱਖਾਂ ਦੀ ਰਿਹਾਈ ਦਾ ਕੰਪਲੀਟ ਕਰ ਲਓ। ਆਪਾਂ ਬੰਦੀ ਸਿੰਘਾਂ ਦੀ ਰਿਹਾਈ ਤੇ ਰੱਖੀਏ, ਕਿਸੇ ਹੋਰ ਪਾਸੇ ਨਾ ਜਾਈਏ।